ਵੈਲਕਮ ਬੈਕ ਟੂ ਮਾਈ ਆਲ ਵਿਊਵਰਸ ਆਫ 8th ਕਲਾਸ। ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਇੰਟਰਸਟਿੰਗ ਜਿਹਾ ਸੈਸ਼ਨ ਲੈ ਕੇ ਆ ਰਿਹਾ ਅਤੇ ਆਈ ਹੋਪ ਇਹ ਸਾਡਾ ਲਾਸਟ ਸੈਸ਼ਨ ਹੈ ਇੰਗਲਿਸ਼ ਬੁੱਕ ਦਾ, ਜਿਹਦੇ ਨਾਲ ਅਸੀਂ ਇੰਗਲਿਸ਼ ਦਾ ਸਿਲੇਬਸ ਪੂਰਾ ਕੰਪਲੀਟ ਕਰਨ ਜਾ ਰਹੇ ਹਾਂ। ਇਹਦੇ ਵਿੱਚ 12th ਕੁਐਸਚਨ ਆ ਸਾਡੇ ਸਿਲੇਬਸ ਦੇ ਵਿੱਚ, ਲਾਸਟ ਹੈ। ਚੈਪਟਰ ਦਾ ਨਾਮ ਕੀ ਆ? ਮਾਰਕੋ ਪੋਲੋ। ਇੱਕ ਪਰਸਨ ਦਾ ਨਾਮ ਸੀ, ਇੱਕ ਜਿਗਿਆਸੂ ਦਾ, ਜਿਹੜਾ ਕਿ ਬਹੁਤ ਜ਼ਿਆਦਾ ਕਰਿਓਸਿਟੀ ਸੀਗੀ ਉਹਦਾ ਵਿੱਚ, ਮੈਂ ਹਰ ਇੱਕ ਚੀਜ਼ ਨੂੰ ਜਾਣ ਸਕਾਂ। ਅਤੇ ਇੱਕ ਖਾਸ ਇੱਕ ਬਹੁਤ ਵਧੀਆ ਟਰੈਵਲਰ ਦੇ ਉੱਤੇ ਇਹ ਜਿਹੜੀ ਸਟੋਰੀ ਆ ਉਹ ਬੇਸਡ ਹੈ। ਮਾਰਕੋ ਪੋਲੋ, ਜਿਹੜਾ ਕਿ ਕਲਾਸ 8 ਦੇ ਸਿਲੇਬਸ ਦੇ ਵਿੱਚ ਪਾਇਆ ਗਿਆ ਵਾ, 12th ਚੈਪਟਰ ਸੈਕਿੰਡ ਟਰਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਤੇ ਮੈਂ ਸੁਰਿੰਦਰ ਕੁਮਾਰ ਅੱਜ ਇਸ ਸੈਸ਼ਨ ਨੂੰ ਲੈ ਕੇ ਆਇਆ ਤੁਹਾਡੇ ਲਈ, ਅਤੇ ਅੱਜ ਅਸੀਂ ਇਸ ਸੈਸ਼ਨ ਨੂੰ ਸਟਾਰਟ ਕਰਦੇ ਹਾਂ। ਦੇਖੋ, ਇਹ ਸੈਸ਼ਨ ਹੈ ਮਾਰਕੋ ਪੋਲੋ ਦੇ ਉੱਤੇ, ਜਿਹੜਾ ਕਿ ਇੱਕ ਬਹੁਤ ਜ਼ਿਆਦਾ ਜਿਗਿਆਸੂ, ਜਾਂ ਤੁਸੀਂ ਕਹਿ ਦਿਓ ਵੀ ਬਹੁਤ ਜ਼ਿਆਦਾ ਕਰਿਓਸਟਿਕ ਸੀਗਾ ਅਤੇ ਐਕਸਪਲੋਰਰ ਸੀਗਾ, ਜਿਹਨੇ ਬਹੁਤ ਸਾਰੀਆਂ ਡਿਸਕਵਰੀਆਂ ਕੀਤੀਆਂ ਅਤੇ ਐਡਵੈਂਚਰਸ ਜੀ ਲਾਈਫ ਜੀ ਆ, ਅਤੇ ਉਹਦੇ ਉੱਤੇ ਇਹ ਪੂਰਾ ਚੈਪਟਰ ਜਿਹੜਾ ਬੇਸਡ ਹੁੰਦਾ। ਦੇਖੋ, ਸਟਾਰਟ ਕਰਦੇ ਹਾਂ। ਮਾਰਕੋ ਪੋਲੋ ਜਿਹੜਾ ਸੀ, ਇੱਕ ਮਰਚੈਂਟ ਐਂਡ ਐਡਵੈਂਚਰਰ। ਮਾਰਕ ਪੋਲੋ ਇੱਕ ਵਪਾਰੀ ਅਤੇ ਇੱਕ ਸਾਹਸੀ ਪੁਰਸ਼ ਸੀਗਾ। ਹੀ ਟਰੈਵਲਡ ਵਿਦ ਹਿਜ਼ ਫਾਦਰਸ ਐਂਡ ਅੰਕਲ ਫਰੋਮ ਟੂ ਦੀਆਂ ਵਿੰਸਨ ਇਟਲੀ ਟੂ ਚਾਈਨਾ। ਅਤੇ ਉਹ ਆਪਣੇ ਚਾਚਾ ਜੀ ਨਾਲ ਵੀਨਸ, ਜਿਹੜਾ ਕਿ ਇਟਲੀ ਤੋਂ ਚਾਈਨਾ ਤੱਕ ਉਹਨਾਂ ਨੇ ਟਰੈਵਲ ਕੀਤਾ। ਮਾਰਕੋ ਪੋਲੋ ਸਪੈਂਟ 17 ਈਅਰਸ ਇਨ ਚਾਈਨਾ ਬਿਫੋਰ ਰਿਟਰਨਿੰਗ ਟੂ ਦੀਆਂ ਵੀਨਸ ਦੇ ਕੋਲ ਆਉਣ ਤੋਂ ਪਹਿਲਾਂ, ਵੀਨਸ ਦੇ ਵਿੱਚ ਵਾਪਸ ਆਉਣ ਤੋਂ ਪਹਿਲਾਂ ਉਹਨੇ 17 ਸਾਲ ਜਿਹੜੇ ਸੀ ਚਾਈਨਾ ਦੇ ਵਿੱਚ ਬਿਤਾਏ। ਲੈਟ ਅਸ ਟੂ ਦੀਆਂ ਰੀਡ ਐਂਡ ਲਰਨ ਮੋਰ ਅਬਾਊਟ ਟੂ ਦੀਆਂ ਐਡਵੈਂਚਰਸ ਐਕਸਪਲੋਰਰ। ਅਸੀਂ ਅੱਜ ਉਹਨਾਂ ਦੇ ਬਾਰੇ ਹੋਰ ਵੀ ਵਧੇਰੇ ਜਾਣਕਾਰੀ ਲੈਂਦੇ ਹਾਂ, ਉਹਨਾਂ ਸਾਹਸਿਕ ਖੋਜਾਂ ਦਾ ਬਾਰੇ ਪੜ੍ਹਾਂਗੇ ਵੀ ਜਿਹੜੀਆਂ ਮਾਰਕੋ ਪੋਲੋ ਨੇ ਕੀਤੀਆਂ। Long ago, when there was no planes and train and no car and bus, people had traveled to other countries by ship or a caravan। ਵੀ ਜਦੋਂ ਇਹ ਉਦੋਂ ਦੀ ਗੱਲਾਂ ਨੇ, ਨਾ ਜਦੋਂ ਹਵਾਈ ਜਹਾਜ਼ ਨਹੀਂ ਹੁੰਦੇ ਸੀ, ਰੇਲ ਗੱਡੀਆਂ ਨਹੀਂ ਹੁੰਦੀਆਂ, ਕਾਰਾਂ ਨਹੀਂ ਹੁੰਦੀਆਂ ਸੀ, ਬੱਸਾਂ ਨਹੀਂ ਹੁੰਦੀਆਂ, ਕੁਝ ਵੀ ਨਹੀਂ ਹੁੰਦੇ ਸੀ, ਜਦੋਂ ਬੰਦੇ ਇੱਕ ਦੂਜੇ ਨਾਲ ਸਮੁੰਦਰੀ ਜਹਾਜ਼ ਜਾਂ ਕਾਫਲਿਆਂ ਦੇ ਵਿੱਚ ਜਾਇਆ ਕਰਦੇ ਸੀ। Mark Polo was the one such traveler who went to the many countries because he wanted to learn about to their peoples and their food habits and other culture। ਕਹਿੰਦੇ ਮਾਰਕ ਪੋਲੋ ਵੀ ਇਹਨਾਂ ਟਰੈਵਲਾਂ ਦੇ ਵਿੱਚੋਂ ਇੱਕ ਹੀ ਸੀ, ਜਿਹੜਾ ਕਿ ਇਹਨਾਂ ਵੱਖ-ਵੱਖ ਕੰਟਰੀਆਂ ਦੇ ਵਿੱਚ ਗਿਆ ਵਾ, ਜਾਂ ਬਹੁਤ ਸਾਰੀਆਂ ਕੰਟਰੀਆਂ ਵਿੱਚ ਗਿਆ ਵਾ। ਉਹ ਇਹ ਚੀਜ਼ ਨੂੰ ਜਾਣਨਾ ਚਾਹੁੰਦਾ ਸੀ ਵੀ ਉੱਥੇ ਦੇ ਲੋਕ ਕਿਹੋ ਜਿਹੇ ਨੇ, ਉਹਨਾਂ ਦਾ ਖਾਣਾ ਪੀਣਾ ਕਿੱਦਾਂ ਦਾ, ਅਤੇ ਉਹਨਾਂ ਦੇ ਕਲਚਰ ਕਿੱਦਾਂ ਦੇ ਨੇ। ਮਾਰਕ ਪੋਲੋ ਵਾਜ਼ ਬੋਰਨ ਇਨ ਟੂ ਦੀਆਂ ਵੀਨਸ ਇਨ 1254। ਵੀ ਜਿਹੜਾ ਮਾਰਕੋ ਪੋਲੋ ਸੀਗਾ ਉਹ ਵੀਨਸ ਦੇ ਵਿੱਚ ਜੰਮਿਆ 1254 ਦੇ ਵਿੱਚ। ਵੈਨ ਹੀ ਵਾਜ਼ 17 ਹੀ ਸੈਟ ਆਊਟ ਟੂ ਦੀ ਫਸਟ ਵੈਗੇਜ ਵਿਦ ਹਿਜ਼ ਫਾਦਰ ਨਿਕੋਲ ਐਂਡ ਹਿਜ਼ ਅੰਕਲ ਮਾਰਫੀਓ। ਅਤੇ ਜਿਹੜਾ ਮਾਰਕੋ ਸੀਗਾ ਉਹ ਆਪਣੇ ਫਾਦਰ ਦੇ ਨਾਲ, ਨਿਕੋਲ, ਅਤੇ ਆਪਣੇ ਚਾਚਾ ਮੋਫੋ ਦੇ ਨਾਲ ਉਹ ਇਸ ਯਾਤਰਾ ਉੱਤੇ ਨਿਕਲਿਆ ਜਦੋਂ 17 ਸਾਲ ਦਾ ਸੀ। ਹੀ ਵਾਂਟਡ ਟੂ ਵਿਜ਼ਿਟ ਦੀਆਂ ਚਾਈਨਾ ਟੂ ਫਾਈਂਡ ਆਊਟ ਦੀਆਂ ਅਬਾਊਟ ਦੀਆਂ ਕੰਟਰੀਜ਼ ਐਂਡ ਇਟਸ ਪੀਪਲ। ਉਹ ਉੱਥੇ ਗਿਆ ਤਾਂ ਜੋ ਕੀ ਆ, ਉਹ ਚਾਈਨਾ ਦੇ ਵਿੱਚ ਜਾ ਸਕੇ ਅਤੇ ਉੱਥੋਂ ਦੇ ਕੰਟਰੀ ਅਤੇ ਉਹਨਾਂ ਦੇ ਲੋਕਾਂ ਬਾਰੇ ਜਾਣ ਸਕੇ। ਹੀ ਟੁੱਕ ਹਿਮ 3 ਈਅਰਸ ਟੂ ਰੀਚ ਚਾਈਨਾ। ਉਹਨੂੰ 3 ਸਾਲ ਲੱਗ ਗਏ ਚਾਈਨਾ ਦੇ ਵਿੱਚ ਜਾਣ ਦੇ ਵਿੱਚ। Along the way, he visited many great cities and saw many sights, including the holy city of Tudia, Jerusalem। ਜੈਲਿਸਿਮ ਇੱਕ ਸਥਾਨ ਸੀਗਾ, ਜਾਣੀ ਕਿ ਉਹ ਕੀ ਆ, ਇਹਨਾਂ ਨਾਲ ਟਰੈਵਲ ਕਰਦਾ ਉਹ ਉਸ ਚਾਈਨਾ ਦੇ ਲੋਕਾਂ ਅਤੇ ਉਸ ਦੇਸ਼ ਬਾਰੇ ਜਾਣਕਾਰੀ ਇਕੱਠਾ ਕਰਦਾ ਉਹ ਇੱਕ ਮੰਨੇ ਪ੍ਰਮੰਨੇ ਸ਼ਹਿਰ ਯੂਰੇਸ਼ਮ ਦੇ ਵਿੱਚ ਪਹੁੰਚਿਆ, ਜਿਹੜਾ ਕਿ ਇੱਕ ਪਵਿੱਤਰ ਸਥਲ ਮੰਨਿਆ ਜਾਂਦਾ ਸੀਗਾ ਚਾਈਨਾ ਦੇ ਵਿੱਚ। ਹੀ ਆਲਸੋ ਸਾਹ ਦੀਆਂ ਮਾਊਂਟੇਨਸ ਆਫ ਦੀਆਂ ਹਿੰਦੂ ਕੁਸ਼, ਪਾਸ਼ੀਆ ਐਂਡ ਗਲੋਵੀ ਡੈਜ਼ਰਟ। ਅਤੇ ਉੱਥੇ ਉਹ ਜਾਂਦੇ ਉਹਨੇ ਬਹੁਤ ਸਾਰੇ ਪਹਾੜ ਦੇਖੇ, ਹਿੰਦੂ ਕੁਸ਼ ਦੇਖਿਆ, ਪਰਸੀਆ ਦੇਖਿਆ, ਅਤੇ ਉਹਨੇ ਗੋਵੀ ਮਾਰੂਥਲ ਦੇਖਿਆ ਵਾ। ਇਹ ਗੋਵੀ ਮਾਰੂਥਲ ਦੇ ਬਾਰੇ ਇੱਕ ਚੀਜ਼ ਦੱਸਣਾ ਚਾਹੂੰਗਾ ਵੀ ਇਹ ਕੀ ਆ, ਇੱਕ ਅਜਿਹਾ ਡੈਜ਼ਰਟ ਆ ਜਿਹੜਾ ਕਿ ਗਰਮ ਵੀ ਆ ਅਤੇ ਹੌਟ ਵੀ ਆ, ਅਤੇ ਕਾਫੀ ਕੂਲ ਵੀ ਆ, ਅਤੇ ਇੱਥੇ ਬਰਫ਼ ਵੀ ਮਿਲਦੀ ਹੈ, ਸਨੋ ਹੁੰਦੀ ਆ। ਤਾਂ ਇਹ ਕਾਫੀ ਜ਼ਿਆਦਾ ਕੋਲਡ ਡੈਜ਼ਰਟ ਅਤੇ ਹੌਟ ਡੈਜ਼ਰਟ ਦਾ ਮਿਕਸਚਰ ਹੈ। ਕਦੀ ਕਦੀ ਹੌਟ ਹੋ ਜਾਂਦਾ ਗਰਮੀਆਂ ਦੇ ਵਿੱਚ, ਅਤੇ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਕੋਲਡ ਹੋ ਜਾਂਦਾ ਵਾ। ਦੈਨ ਹੀ ਮੈਟ ਟੂ ਦੀ ਲੋਟ ਆਫ ਦੀਆਂ ਡਿਫਰੈਂਟ ਪੀਪਲ ਐਂਡ ਹੈਡ ਮੈਨੀ ਐਡਵੈਂਚਰਸ। ਅਤੇ ਉਹਨੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਅਤੇ ਬਹੁਤ ਸਾਰੇ ਸਾਹਸੀ ਕੰਮ ਜਿਹੜੇ ਕਰ ਰਹੇ ਸੀ ਉਹਨਾਂ ਬਾਰੇ ਜਾਣਿਆ। ਦੀਆਂ ਵੈਲਥ ਐਂਡ ਦੀਆਂ ਗਲੈਸੀ ਆਫ ਟੂ ਦੀਆਂ ਚਾਈਨੀਜ਼ ਸਿਟੀਜ਼ ਇੰਪ੍ਰੈਸ ਟੂ ਦੀਆਂ ਮਾਰਕੋ ਦੇ ਨੂੰ ਉੱਥੇ ਦੇ ਧਨ ਸੰਪੱਤੀ ਅਤੇ ਉਹਨਾਂ ਦੀ ਵਿਸ਼ਾਲਤਾ ਜਿਹੜੀ ਸੀਗੀ ਉਹਨੂੰ ਮਾਰਕੋ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਹੀ ਆਲਸੋ ਟੂ ਦੀਆਂ ਫੈਸਟੀਨੇਟ
and the grandness and the greatness of to the ਕਬਾਲੀ ਖਾਨ ਸਕੋਟ। ਕਹਿੰਦਾ ਇਸ ਤੋਂ ਬਾਅਦ ਉਹ ਕਬਾਲੀ ਖਾਨ ਦਾ ਜਿਹੜਾ ਦਰਬਾਰ ਸੀ ਉਹਦੀ ਠਾਠ ਬਾਣ ਉਹਦੀ ਮਹਾਨਤਾ ਤੋਂ ਬਹੁਤ ਜ਼ਿਆਦਾ ਆਕਰਸ਼ਿਤ ਹੋਇਆ। ਇਟ ਵਾਜ਼ ਨਥਿੰਗ ਲਾਈਕ ਟੂ ਹੀ ਐਕਸਪੀਰੀਅੰਸਡ ਇਨ ਯੂਰਪ। ਉਹਨੇ ਇਹ ਚੀਜ਼ਾਂ ਯੂਰਪ ਦੇ ਵਿੱਚ ਕਦੇ ਵੀ ਉਹਨਾਂ ਨੂੰ ਇਮੈਜਿਨ ਹੀ ਨਹੀਂ ਕਰ ਸਕਿਆ, ਨਾ ਹੀ ਉਹਨਾਂ ਦਾ ਐਕਸਪੀਰੀਅੰਸ ਕਰ ਸਕਿਆ। ਦੀ ਕੈਪੀਟਲ ਸਿਟੀ ਆਫ ਟੂ ਦੀ ਕੈਂਸੇ ਲਾਰਜ ਬਟ ਵੈਲ ਔਰਗਨਾਈਜ਼ਡ ਐਂਡ ਕਲੀਨ। ਅਤੇ ਉਹਨੇ ਦੇਖਿਆ ਵੀ ਕੈਂਸੇ ਇੱਕ ਅਜਿਹੀ ਕੈਪੀਟਲ ਸੀ ਉਸ ਦੇਸ਼ ਦੀ ਜਿਹੜੀ ਕਿ ਬਹੁਤ ਵੱਡੀ ਸੀ, ਨਾ ਸਿਰਫ ਵੱਡੀ ਹੋਣ ਦੇ ਬਾਵਜੂਦ ਉਹ ਬਹੁਤ ਜ਼ਿਆਦਾ ਸਾਫ਼ ਸੁਥਰੀ ਅਤੇ ਬਹੁਤ ਵਧੀਆ ਸੀਗੀ। ਦੀਆਂ ਰੋਡ ਵਰ ਵਾਈਡ, ਅਤੇ ਉਹਨਾਂ ਦੇ ਰੋਡ ਬਹੁਤ ਜ਼ਿਆਦਾ ਚੌੜੇ ਸੀ। ਆਲ ਦਿਸ ਵੀ ਵੈਲ ਬਿਯੋਂਡ ਐਨੀਥਿੰਗ ਹੀ ਹੈਡ ਐਕਸਪੀਰੀਅੰਸ ਇਨ ਵੀਨਸ। ਉਹਨੇ ਇਹ ਸਾਰੀਆਂ ਚੀਜ਼ਾਂ ਉਹਦੀ ਸੋਚ ਤੋਂ ਬਹੁਤ ਜ਼ਿਆਦਾ ਪਰੇ ਸੀਗੀਆਂ ਜਿਹੜੀਆਂ ਕਿ ਉਹਨੇ ਵੀਨਸ ਦੇ ਵਿੱਚ ਅਨੁਭਵ ਕੀਤੀਆਂ। everything from to their food of their pupils to their animals like omelette, auguments and rhinogus were their new and interesting। ਇਸ ਤੋਂ ਇਲਾਵਾ ਉਸ ਨੂੰ ਆਟੇਗੁੰਟਾ ਯਾਨੀ ਕਿ ਗੁਰੀਲਾ, ਰਿਨਾਓ, ਗੈਂਡਾ ਇਹੋ ਜਿਹੀਆਂ ਚੀਜ਼ਾਂ ਭੋਜਨ ਦੇ ਨਾਲ ਮਿਲਣ ਅਤੇ ਹੋਰ ਸਾਰੀਆਂ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹਨੂੰ ਬਹੁਤ ਜ਼ਿਆਦਾ ਦਿਲਚਸਪ ਲੱਗੀਆਂ। ਮਾਰਕੋ ਪੋਲੋ ਲਿਵਡ ਇਨ ਚਾਈਨਾ ਫੋਰ ਆ ਮੈਨੀ ਈਅਰਸ ਐਂਡ ਲਰਨ ਟੂ ਸਪੀਕ ਦੀਅਰ ਲੋਕਲ ਲੈਂਗੁਏਜ। ਮਾਰਕ ਪੋਲੋ ਜਿਹੜਾ ਸੀਗਾ ਉਹ ਚਾਈਨਾ ਦੇ ਵਿੱਚ ਬਹੁਤ ਸਾਲ ਰਿਹਾ ਅਤੇ ਉਹਨੇ ਉੱਥੇ ਦੀ ਲੋਕਲ ਲੈਂਗੁਏਜ ਵੀ ਸਿੱਖੀ। ਹੀ ਟਰੈਵਲਡ ਥਰੂ ਆਊਟ ਟੂ ਦੀ ਚਾਈਨਾ। ਉਹ ਪੂਰੇ ਸਾਲ ਜਿਹੜਾ ਉੱਥੇ ਟਰੈਵਲ ਕਰਦਾ ਰਿਹਾ, ਪੂਰੇ ਚਾਈਨਾ ਵਿੱਚ ਉਹਨੇ ਟਰੈਵਲ ਕੀਤਾ। ਹੀ ਸਰਵਡ ਐਜ਼ ਏ ਮੈਸੇਂਜਰ ਐਂਡ ਸਪਾਈ ਫੋਰ ਦੀ ਇੰਪੂਰਰ। ਕਹਿੰਦੇ ਉਹਨੇ ਆਪਣੇ ਆਪ ਨੂੰ ਸਮਰਾਟ ਦਾ ਦੂਤ ਅਤੇ ਜਾਸੂਸ ਬਣਨ ਦਾ ਵੀ ਕੰਮ ਕੀਤਾ। ਹੀ ਵਿਜ਼ਿਟ ਟੂ ਦੀ ਲੋਟ ਆਫ ਦੀ ਕੰਟਰੀਜ਼ ਆਫ ਦੀ ਵੈਸਟ ਏਸ਼ੀਆ, ਨਾਰਥ ਅਫਰੀਕਾ ਐਂਡ ਸਾਊਥਰਨ ਯੂਰਪ। ਉਹ ਬਹੁਤ ਸਾਰੇ ਏਰੀਆ ਦੇ ਬਹੁਤ ਸਾਰੀਆਂ ਕੰਟਰੀਆਂ ਵਿੱਚ ਘੁੰਮਿਆ ਜਿਹੜੀ ਕਿ ਵੈਸਟਰਨ ਏਸ਼ੀਆ ਦੇ ਵਿੱਚ ਸੀ, ਨਾਰਥ ਅਫਰੀਕਾ ਦੇ ਵਿੱਚ ਸੀ ਅਤੇ ਸਾਊਥ ਯੂਰਪ ਦੇ ਵਿੱਚ ਸੀ। ਡਿਊਰਿੰਗ ਦੀਸ ਵਿਜ਼ਿਟ ਹੀ ਲਰਨ ਦੀ ਡਿਫਰੈਂਟ ਕਲਚਰ, ਫੂਡਸ ਐਂਡ ਪੀਪਲ। ਇਸ ਜਰਨੀ ਦੇ ਵਿੱਚ ਜਾਂ ਇਸ ਵਿਜ਼ਿਟ ਦੇ ਵਿੱਚ ਉਹਨੇ ਬਹੁਤ ਸਾਰੇ ਕਲਚਰਾਂ ਨੂੰ ਦੇਖਿਆ ਅਤੇ ਉਹਨਾਂ ਦੇ ਖਾਣੇ ਅਤੇ ਲੋਕਾਂ ਬਾਰੇ ਦੇਖਿਆ ਉਹਨੇ। ਹੀ ਸਾ ਦੀਆਂ ਮੈਨੀ ਪਲੇਸਿਸ ਐਂਡ ਥਿੰਗਸ ਦੈਟ ਨੋ ਬਡੀਜ਼ ਫਰੋਮ ਟੂ ਦੀਆਂ ਯੂਰਪ ਹੈਡ ਬੀਨ ਐਵਰ ਸੀਨ ਬਿਫੋਰ। ਅਤੇ ਉਹਨੇ ਇਹ ਚੀਜ਼ ਦੇਖੀ ਵੀ ਇਹੋ ਜਿਹੀਆਂ ਜਗ੍ਹਾਵਾਂ ਅਤੇ ਇਹੋ ਜਿਹੀਆਂ ਚੀਜ਼ਾਂ ਉਹਨੇ ਕਦੀ ਵੀ ਨਾ ਹੀ ਦੇਖੀਆਂ ਯੂਰਪ ਦੇ ਵਿੱਚ ਅਤੇ ਨਾ ਹੀ ਉਹਨੇ ਕਦੇ ਦੇਖਣ ਨੂੰ ਕਦੀ ਮਿਲੀਆਂ ਸੀਗੀਆਂ ਇਸ ਤੋਂ ਪਹਿਲਾਂ। ਆਫਟਰ ਦੀ ਟਰੈਵਲਿੰਗ ਫੋਰ ਦੀ 24 ਈਅਰਸ ਮਾਰਕੋ ਅਲੋਂਗ ਵਿਦ ਹਿਜ਼ ਫਾਦਰ ਐਂਡ ਅੰਕਲ ਡਿਸਾਈਡ ਟੂ ਰਿਟਰਨ ਟੂ ਦੀ ਵੀਨਸ। ਉਹਦੀ 24 ਸਾਲ ਦੀ ਯਾਤਰਾ ਦੇ ਬਾਅਦ ਮਾਰਕੋ ਆਪਣੇ ਪਿਤਾ ਦੇ ਨਾਲ ਅਤੇ ਆਪਣੇ ਅੰਕਲ ਦੇ ਨਾਲ ਉਹਨਾਂ ਨੇ ਡਿਸਾਈਡ ਕੀਤਾ ਉਹ ਵੀਨਸ ਵਾਪਸ ਆਉਣਗੇ। ਅਤੇ ਉਸ ਤੋਂ ਬਾਅਦ ਦੇ ਹੈਡ ਲੈਫਟ ਹੋਮ ਇਨ 1271। ਅਤੇ ਉਹ ਆਪਣੇ ਘਰ ਜਿਹੜੇ ਸੀ ਵਾਪਸ ਆਏ 1271 ਦੇ ਵਿੱਚ। ਐਂਡ ਫਾਈਨਲੀ ਹੀ ਰਿਟਰਨ ਜਦੋਂ ਉਹਨਾਂ ਨੇ ਆਪਣਾ ਘਰ ਛੱਡਿਆ ਸੀ 1271 ਦੇ ਵਿੱਚ। ਐਂਡ ਫਾਈਨਲੀ ਹੀ ਰਿਟਰਨ ਕਰ ਗਏ ਸੀ 1295 ਵਿੱਚ। ਆ ਫਿਊ ਈਅਰਸ ਆਫਟਰ ਰਿਟਰਨਿੰਗ ਹੋਮ, ਜਦੋਂ ਉਹ ਆਪਣੇ ਘਰ 'ਤੇ ਰਿਟਰਨ ਕਰਨ ਦੇ ਲਈ ਕੁਛ ਕੁ ਸਾਲ ਬਾਅਦ ਦੀ ਵੀਨਸ ਫਾਊਟ ਆ ਵਾਰ ਵਿਦ ਦੀ ਸਿਟੀ ਆਫ ਗੇਰੋਨਾ। ਗੇਰੋਨਾ ਦੇ ਨਾਲ ਉਹਨਾਂ ਦਾ ਕੀ ਸੀ, ਇੱਕ ਬਹੁਤ ਵੱਡੀ ਜਿਹੜੀ ਲੜਾਈ ਹੋਈ। ਅਤੇ ਮਾਰਕੋ ਵਾਸ ਕੈਪਚਰਡ ਐਂਡ ਪੁੱਟ ਇਨ। ਅਤੇ ਮਾਰਕੋ ਨੂੰ ਜਿਹੜਾ ਉਹਨੂੰ ਫੜਿਆ ਗਿਆ ਅਤੇ ਉਹਨੂੰ ਚੱਕ ਕੇ ਜਿਹੜਾ ਸੀਗਾ ਉੱਥੇ ਪਾਇਆ ਗਿਆ। ਪੁਟਿਨ ਗੈਰੋਨਸ ਪ੍ਰੀਸ਼ਨਸ, ਅਤੇ ਉਹਨੂੰ ਗ੍ਰੀਸ਼ਨਸ ਦੀ ਜਿਹੜੀ ਜਿਓਨਾ ਦੀ ਜਿਹੜੀ ਜੇਲ੍ਹ ਸੀ ਉਹਦੇ ਵਿੱਚ ਪਾਇਆ ਗਿਆ। ਹੀ ਵਾਜ਼ ਰਿਲੀਜ਼ਡ ਇਨ ਪ੍ਰੀਸ਼ਨਸ ਇਨ 1299। ਅਤੇ ਉਹਨੂੰ ਉਸ ਪ੍ਰੀਸ਼ਨ ਦੇ ਵਿੱਚ ਉਸ ਜੇਲ੍ਹ ਦੇ ਵਿੱਚੋਂ 1299 ਵਿੱਚ ਕੱਢਿਆ ਗਿਆ। ਹੀ ਬਿਕੇਮਸ ਟੂ ਦੀ ਵੈਲਥੀ ਵੇਸ਼ੈਂਟ। ਅਤੇ ਉਹ ਇੱਕ ਬਹੁਤ ਅਮੀਰ ਵਪਾਰੀ ਬਣ ਗਿਆ। ਹੀ ਮੈਰਿਡ ਆ ਲੇਡੀ ਨੇਮਡ ਆਫ ਟੂ ਦੀ ਡੋਨੇਟਾ ਵੈਡਲੋਰ ਨਾਂ ਦੀ ਇੱਕ ਇਸਤਰੀ। ਹੈਡ ਦੀ 3 ਚਾਈਲਡ। ਉਹਦੇ ਨਾਲ ਉਹਨੇ ਮੈਰਿਜ ਕੀਤੀ ਅਤੇ ਉਹਦੇ 3 ਬੱਚੇ ਹੋਏ। ਹੀ ਡਿਸਾਈਡ ਟੂ ਦੀ 8 ਜੈਨ 1324 ਐਟ ਦੀ ਏਜ ਆਫ 70 ਹੀ ਵਾਜ਼ ਬਰਸਟ ਇਨ ਦੀ ਚਰਚ ਆਫ ਦੀ ਜੈਨ ਲਿਨਿਜ਼ੋ ਇਨ ਵੀਨਸ। ਅਤੇ ਫਿਰ ਉਹਨੇ ਕੀ ਆ ਜਿਹੜਾ ਵੀਨਸ ਦੇ ਵਿੱਚ ਇੱਕ ਚਰਚ ਸੀ ਸੈਨ ਲੋਰੈਂਜ਼ੋ ਦੇ ਵਿੱਚ ਦਫਨਾਇਆ ਗਿਆ। ਇਟ ਵਾਜ਼ ਇਨ ਦੀ ਪ੍ਰੀਸ਼ਨਸ ਦੀ ਮਾਰਕੋ ਮੈਟ ਦੀ ਵੈਲ ਨੋਨ ਸਟੋਰੀ ਰਾਈਟਰ। ਜਦੋਂ ਉਹ ਉਸ ਜੇਲ੍ਹ ਦੇ ਵਿੱਚ ਸੀਗਾ ਤਾਂ ਮਾਰਕੋ ਇੱਕ ਮਹਾਨ ਸਟੋਰੀ ਰਾਈਟਰ ਦੇ ਨਾਮ ਨਾਲ ਜਾਣਿਆ ਗਿਆ। ਮਾਰਕੋ ਨਰੇਟ ਦੀ ਡਿਟੇਲ ਸਟੋਰੀਜ਼ ਆਫ ਹਿਜ਼ ਜਰਨੀ ਟੂ ਦੀ ਰਾਈਟਰ ਹੂ ਰੋਟ ਆਲ ਦੀ ਸਟੋਰੀਜ਼ ਇਨ ਦੀ ਬੁੱਕਸ ਆਫ ਦੀ ਟਰੈਵਲ ਟੂ ਦੀ ਮਾਰਕੋ ਪੋਲੋ। ਅਤੇ ਉਹਨੇ ਆਪਣੀ ਜਿਹੜੀ ਪੂਰੀ ਡਿਟੇਲ ਜਿਹੜੀ ਉਸ ਦੀ ਜਰਨੀ ਦੀ ਸੀ ਉਹਨੇ ਇੱਕ ਲੇਖਕ ਨੂੰ ਸੁਣਾਈ ਅਤੇ ਉਹਨੇ ਸਾਰੀਆਂ ਸਟੋਰੀ ਬੁੱਕਸ ਜਿਹੜੀਆਂ ਨੇ
ਉਹ ਲਿਖੀਆਂ, ਜਿਹੜੀ ਕਿ ਉਹਦਾ ਨਾਮ ਦਿੱਤਾ ਗਿਆ ਬੁੱਕ ਦਾ ਦੀ ਟਰੈਵਲ ਆਫ ਦੀ ਮਾਰਕੋ ਪੋਲੋ। ਇਟ ਬਿਕੇਮਸ ਵੈਰੀ ਪੋਪੂਲਰ ਬੁੱਕ, ਇਹ ਬਹੁਤ ਜ਼ਿਆਦਾ ਮਸ਼ਹੂਰ ਹੋਈ ਬੁੱਕ। ਇਟ ਵਾਸ ਟੂ ਦੀਆਂ ਟਰਾਂਸਲੇਟ ਇਨਟੂ ਦੀਆਂ ਮੈਨੀ ਲੈਂਗੁਏਜ ਐਂਡ ਰੀਡ ਥਰੂ ਆਊਟ ਟੂ ਦੀਆਂ ਯੂਰਪ। ਇਹਨੂੰ ਬਹੁਤ ਸਾਰੇ ਲੈਂਗੁਏਜਸ ਦੇ ਵਿੱਚ ਇਹਨੂੰ ਪ੍ਰਿੰਟ ਕੀਤਾ ਗਿਆ ਅਤੇ ਬਹੁਤ ਸਾਰੇ ਯੂਰਪ ਦੇ ਵਿੱਚ ਇਹ ਵੰਡੀ ਗਈ। ਇਟ ਇਜ਼ ਸੈਡ ਦੈਟ ਦੀਆ ਕ੍ਰਿਸਟਫਾਨੋ ਕੋਲੰਬੀਅਸ ਅਨਦਰ ਐਕਸਪਲੋਰਰ ਵਾਜ਼ ਗ੍ਰੇਟਲੀ ਇੰਸਪਾਇਰਡ ਬਾਈ ਦੀਆ ਬੁੱਕ। ਜਿਹੜੇ ਕਿ ਕ੍ਰਿਸਟੋਫਰ ਕੋਲੰਬਸ ਜਿਹੜਾ ਸੀਗਾ ਉਹ ਇਸ ਬੁੱਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਇਟ ਇਜ਼ ਦੀ ਬਲੀਵ ਦੈਟ ਹੀ ਕੈਰੀਡ ਇਟ ਅਲੋਂਗ ਵਿਦ ਹਿਮ ਔਨ ਹਿਜ਼ ਟਰੈਵਲਸ। ਅਤੇ ਇਹ ਵੀ ਮੰਨਿਆ ਜਾਂਦਾ ਵੀ ਜਦੋਂ ਉਹ ਟਰੈਵਲ ਕਰ ਰਿਹਾ ਸੀ ਤਾਂ ਉਹ ਬੁੱਕਸ ਇਹ ਸਾਰੀਆਂ ਆਪਣੇ ਨਾਲ ਲੈ ਕੇ ਗਿਆ ਸੀ। ਤਾਂ ਇਹ ਸੀਗੀ ਇੱਕ ਸਟੋਰੀ ਮਾਰਕ ਪੋਲੋ ਦੀ, ਜਿਹੜਾ ਕਿ ਇੱਕ ਬਹੁਤ ਵੱਡਾ ਐਕਸਪਲੋਰਰ ਦਿਖਾਇਆ ਗਿਆ, ਜਿਹੜਾ ਕਿ ਇਸ ਸਟੋਰੀ ਦੇ ਵਿੱਚ ਦਿਖਾਇਆ ਗਿਆ। ਉਹਨੇ 24 ਸਾਲ ਤੱਕ ਉਹਨੇ ਬਾਹਰ ਘੁੰਮਦਾ ਰਿਹਾ ਅਤੇ ਸਾਰੀਆਂ ਲੈਂਗੁਏਜਸ ਅਤੇ ਸਾਰੇ ਦੇਸ਼ਾਂ ਨੂੰ ਸਟੱਡੀ ਕੀਤਾ ਅਤੇ ਉੱਥੇ ਦੇ ਪਹਿਰਾਵੇ ਨੂੰ ਦੇਖਿਆ ਅਤੇ ਬਾਅਦ ਵਿੱਚ ਇੱਕ ਮਹਾਨ ਰਾਈਟਰ ਬਣਿਆ ਅਤੇ ਉਸ ਦੀ ਬੁੱਕਸ ਤੋਂ ਇੰਸਪਾਇਰ ਹੋ ਕੇ ਕ੍ਰਿਸਟੋਫਰ ਕੋਲੰਬਸ, ਜਿਹੜਾ ਕਿ ਇੱਕ ਪੁਰਤਗਾਲੀ ਸੀ ਜਿਹਨੇ ਕਿ ਬਾਅਦ ਵਿੱਚ ਪੂਰੀ ਦੁਨੀਆ ਨੂੰ ਲੱਭਿਆ ਸਮੁੰਦਰ ਦੇ ਰਸਤੇ, ਤਾਂ ਉਹ ਵੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਐਕਸਪਾਇਰ ਸੀਗਾ। ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਵੀ ਇੱਕ ਛੋਟੀ ਜਿਹੀ ਸਟੋਰੀ ਕਿਸ ਤਰੀਕੇ ਨਾਲ ਇੰਟਰਲੇਟ ਹੋਈ ਅਤੇ ਇਸ ਬੁੱਕਸ ਦੀ ਨੌਲੇਜ ਤੋਂ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਇੱਕ ਬੰਦੇ ਦਾ ਜਿਹੜਾ ਕਰੈਕਟਰ ਆ ਅਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇੰਸਪਾਇਰ ਕਰ ਜਾਂਦੀਆਂ ਨੇ। ਇਹ ਸੀਗੀ ਅੱਜ ਦੀ ਵੀਡੀਓ। ਆਈ ਹੋਪ ਤੁਹਾਨੂੰ ਬਹੁਤ ਪਸੰਦ ਆਈ ਹੋ। ਜੇ ਪਸੰਦ ਆਈ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਜਸਟ ਵੇਟ ਫॉर ਬ੍ਰਾਈਟ ਫਿਊਚਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।